ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦਾ ਲੈਕਚਰ ਅੱਜ ਅਸੀਂ 60ਵਾਂ ਦੇਖਣ ਲੱਗੇ ਹਾਂ। ਠੀਕ ਹੈ ਫਰੈਂਡਸ, ਅੱਜ ਅਸੀਂ ਲੈਕਚਰ 60 ਤੇ ਪਹੁੰਚ ਗਏ ਹਾਂ। ਠੀਕ ਹੈ, ਇਸ ਵਿੱਚ ਆਪਾਂ ਨੇ ਪ੍ਰੈਕਟਿਸ ਵੀ ਕੀਤੀ ਹੈ ਪਿਛਲੇ ਲੈਕਚਰਸ ਵਿੱਚ। ਠੀਕ ਹੈ, ਤੇ ਰਿਵੀਜ਼ਨ ਵੀ ਕੀਤੀ ਹੈ। ਠੀਕ ਹੈ, ਕਈ ਬੱਚੇ ਬਾਰ-ਬਾਰ ਕਮੈਂਟ ਸੈਕਸ਼ਨ ਪੁੱਛ ਰਹੇ ਨੇ ਕਿ ਸਿਲੇਬਸ ਹੋ ਗਿਆ ਹੈ, ਨਹੀਂ ਹੋਇਆ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਿਲੇਬਸ ਅਤੇ ਰਿਵੀਜ਼ਨ ਮੇਰੀ ਨਾਲ ਚੱਲ ਰਹੀ ਹੈ। ਭਾਵੇਂ ਮੈਂ ਜਿੰਨੇ ਮਰਜ਼ੀ ਲੈਕਚਰ ਕਰਾਂ, ਮਤਲਬ ਕਿ ਇਸ ਵਿੱਚ ਭਾਵੇਂ ਮੇਰੇ ਹੋਰ ਲੈਕਚਰ ਪੇਪਰਾਂ ਤੱਕ ਆਉਣ, ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਰਿਵੀਜ਼ਨ ਵੀ ਨਾਲ ਹੈ। ਠੀਕ ਹੈ, ਸੋ ਤੁਸੀਂ ਸਾਰੇ ਲੈਕਚਰ ਦੇਖੋ। ਤੁਸੀਂ ਦੇਖੋਗੇ ਕਿ ਇੱਕ ਲੈਕਚਰ ਵਿੱਚ ਮੈंने ਟੌਪਿਕ ਕਰਾਇਆ ਹੋਇਆ, ਦੂਜੇ ਲੈਕਚਰ ਵਿੱਚ ਮੈंने ਉਸਦੀ ਰਿਵੀਜ਼ਨ ਕਰਾਈ ਹੋਈ ਹੈ। ਠੀਕ ਹੈ, ਸੋ ਤੁਹਾਨੂੰ ਕਦੇ ਵੀ ਇਹ ਡਾਊਟ ਨਹੀਂ ਰਹਿਣਾ ਚਾਹੀਦਾ ਕਿ ਜਦ ਸਿਲੇਬਸ ਖਤਮ ਹੋਏਗਾ ਤਾਂ ਦੁਬਾਰਾ ਰਿਵੀਜ਼ਨ ਹੋਏਗੀ। ਰਿਵੀਜ਼ਨ ਜੇ ਟਾਈਮ ਹੋਏਗਾ ਹੋਏਗੀ, ਬਟ ਨਾਲ ਮੈਂ ਰਿਵੀਜ਼ਨ ਕਰਾ ਰਿਹਾ। ਜਿਵੇਂ ਅੱਜ ਵੀ ਮੈਂ ਰਿਵੀਜ਼ਨ ਕਰਾ ਰਿਹਾ, ਮੇਰਾ ਪਿਛਲਾ ਲੈਕਚਰ ਵੀ ਰਿਵੀਜ਼ਨ ਦਾ ਸੀ। ਠੀਕ ਹੈ, ਕਿ ਸੁਪਰ ਰਿਵੀਜ਼ਨ ਦਾ ਸੀ, ਰੇਸ਼ੋ ਸੁਪਰ ਰਿਵੀਜ਼ਨ ਦਾ ਸੀ। ਠੀਕ ਹੈ, ਸੋ ਅੱਜ ਅਸੀਂ ਆਪਣਾ ਪ੍ਰੈਕਟਿਸ ਹੀ ਕਰਾਂਗੇ। ਠੀਕ ਹੈ, ਉਹ ਵੀ ਫਾਈਨੈਂਸ਼ੀਅਲ ਰੇਸ਼ੋ ਸੁਪਰ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੇ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentortest.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਠੀਕ ਹੈ ਫਰੈਂਡਸ, ਅਤੇ ਜਿਹੜੇ ਬੱਚੇ ਪੇਡ ਕੋਰਸ ਵੀ ਸਟਾਰਟ ਹੋ ਚੁੱਕਾ ਹੈ। ਠੀਕ ਹੈ, ਪੰਜਾਬ ਪਟਵਾਰੀ ਲਈ ਪੇਡ ਕੋਰਸ ਸਟਾਰਟ ਹੋ ਚੁੱਕਾ ਹੈ। ਠੀਕ ਹੈ, ਜਿਹੜੇ ਬੱਚੇ ਉਹ ਵੀ ਖਰੀਦਣਾ ਚਾਹੁੰਦੇ ਹਨ, ਜਿਹੜੇ ਚਾਹਵਾਨ ਹਨ ਕਿ ਉਹਨਾਂ ਨੂੰ ਸਟਰਕਚਰ ਲਈ ਸਾਰਾ ਕੁਝ ਪ੍ਰੋਵਾਈਡ ਕੀਤਾ ਜਾਵੇ, ਜਿਹੜੇ ਬੱਚੇ ਵੀ ਚਾਹਵਾਨ ਹਨ ਤਾਂ ਉਹ ਬੱਚੇ ਇਸ ਵੈਬਸਾਈਟ 'ਤੇ ਜਾ ਕੇ www.gilsmentortest.com ਤੋਂ ਜਾ ਕੇ ਖਰੀਦ ਸਕਦੇ ਹਨ। ਠੀਕ ਹੈ, ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਪਹਿਲਾ ਕੁਐਸਚਨ ਹੈ, ਵਟ ਰੇਸ਼ੀਓਸ ਆਰ ਅਪਲਾਈਡ ਟੂ ਫਾਈਂਡ ਆਊਟ ਦੀ ਐਫੀਸ਼ੀਐਂਸੀ ਆਫ ਦੀ ਪਰਫਾਰਮੈਂਸ ਆਫ ਅ ਫਰਮ। ਦੱਸੋ ਕਿਹੜੀ ਰੇਸ਼ੋ ਨਾਲ ਮੈਂ ਐਫੀਸ਼ੀਐਂਸੀ ਆਫ ਪਰਫਾਰਮੈਂਸ ਆਫ ਦੀ ਫਰਮ ਕੱਢ ਸਕਦਾ? ਐਕਟੀਵਿਟੀ ਰੇਸ਼ੋ ਨਾਲ, ਪ੍ਰੋਫਿਟੇਬਿਲਿਟੀ ਰੇਸ਼ੋ ਨਾਲ, ਬੋਥ ਨਾਲ, ਡੀ ਨਨ ਨਾਲ। 5 ਸੈਕਿੰਡ ਤੁਹਾਡੇ ਕੋਲ। ਅੱਜ ਵੀ ਮੇਰੇ 50 ਕੁਐਸਚਨਸ ਹੋਣਗੇ। ਠੀਕ ਹੈ, ਕੱਲ੍ਹ ਵੀ ਕਾਫੀ ਬੱਚਿਆਂ ਨੇ ਬਹੁਤ ਅੱਛੇ ਆਨਸਰ ਦਿੱਤੇ ਸੀ। ਮੈਨੂੰ ਉਮੀਦ ਹੈ ਕਿ ਅੱਜ ਦੇ ਆਨਸਰ ਤੁਹਾਡੇ ਵੱਧ ਤੋਂ ਵੱਧ ਠੀਕ ਹੋਣੇ ਚਾਹੀਦੇ ਹੈ। ਠੀਕ ਹੈ, ਸੋ ਧਿਆਨ ਨਾਲ ਕੁਐਸਚਨ ਪੜ੍ਹੋ ਅਤੇ ਇਸਦਾ ਆਨਸਰ ਦਿਓ। ਇਹਦਾ ਆਨਸਰ ਆ ਜਾਏਗਾ ਸੀ। ਐਕਟੀਵਿਟੀ ਰੇਸ਼ੋ ਵੀ ਹੁੰਦੀ ਹੈ, ਪ੍ਰੋਫਿਟੇਬਿਲਿਟੀ ਰੇਸ਼ੋ ਵੀ ਹੁੰਦੀ ਹੈ, ਜਿਸ ਦੇ ਨਾਲ ਮੈਂ ਐਫੀਸ਼ੀਐਂਸੀ ਕੱਢ ਸਕਦਾ। ਠੀਕ ਹੈ, ਅਗਲਾ ਕੁਐਸਚਨ ਹੈ, ਵਟ ਟਰੈਂਡ ਇਜ਼ ਪ੍ਰੋਜੈਕਟਡ ਬਾਏ ਪ੍ਰੋਫਿਟੇਬਿਲਿਟੀ ਰੇਸ਼ੋ। ਕਿਹੜੇ ਟਰੈਂਡ ਨੂੰ ਪ੍ਰੋਜੈਕਟ ਕੀਤਾ ਜਾਂਦਾ ਬਾਏ ਦੀ ਪ੍ਰੋਫਿਟੇਬਿਲਿਟੀ ਰੇਸ਼ੋ ਦੁਆਰਾ? ਕੋਸਟ ਨੂੰ, ਪ੍ਰੋਫਿਟ ਨੂੰ, ਸੇਲ ਨੂੰ, ਆਲ ਆਫ ਦੀ ਅਬਵ ਨੂੰ। ਦੱਸੋ, 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆ ਜਾਏਗਾ ਆਲ ਆਫ ਦੀ ਅਬਵ। ਠੀਕ ਹੈ, ਕੋਸਟ ਵੀ ਆਏਗੀ, ਪ੍ਰੋਫਿਟਸ ਵੀ ਆਉਣਗੇ, ਸੇਲ ਵੀ ਆਏਗੀ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਦ ਬੈਸਟ ਫॉर ਕੰਪੇਅਰਿੰਗ ਦੀ ਫਰਮਸ। ਇਹ 'ਚੋਂ ਕਿਹੜੀ ਚੀਜ਼ ਬੈਸਟ ਰਹੇਗੀ ਕੰਪੇਅਰ ਕਰਨ ਲਈ, ਫਰਮਸ ਕੰਪੇਅਰ ਕਰਨ ਲਈ? ਇੱਕ ਫਰਮ ਨੂੰ ਦੂਜੇ ਫਰਮ ਨਾਲ ਕੰਪੇਅਰ ਕਰਨ ਲਈ ਕਿਹੜੀ ਐਨਾਲਾਈਜ਼ ਬੈਸਟ ਰਹੇਗੀ? ਰੇਸ਼ੋ ਹੈ, ਐਬਸੋਲਿਊਟ ਫਿਗਰਸ, ਬੋਥ ਜਾਂ ਨਨ? ਇਹਦਾ ਆਨਸਰ ਆ ਜਾਏਗਾ ਰੇਸ਼ੋ ਐਨਾਲਿਸਿਸ। ਠੀਕ ਹੈ ਫਰੈਂਡਸ, ਰੇਸ਼ੋ ਐਨਾਲਿਸਿਸ ਨਾਲ ਅਸੀਂ ਕੰਪੇਅਰ ਕਰ ਸਕਦੇ ਹਾਂ ਫਰਮਸ ਨੂੰ। ਠੀਕ ਹੈ, ਅਗਲਾ ਕੁਐਸਚਨ ਹੈ, ਦ ਅਸਰਟੇਨਮੈਂਟ ਆਫ ਟ੍ਰੈਂਡਸ ਹੈਲਪਸ ਇਨ ਮੇਕਿੰਗ। ਦੱਸੋ, ਸਟੈਂਡਰਡਸ, ਫੋਰਕਾਸਟ, ਬਜਟ, ਨਨ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆ ਜਾਏਗਾ ਫੋਰਕਾਸਟ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, ਇਨ ਵਟ ਵੇ ਦੀ ਰੇਸ਼ੋ ਐਨਾਲਾਈਸਿਸ ਹੈਲਪ ਦੀ ਮੈਨੇਜਮੈਂਟ।
ਤੁਸੀਂ ਇੱਕ ਵਾਰੀ ਸੋਚੋ ਕਿ ਅਸੀਂ ਰੇਸ਼ੀਓ ਐਨਾਲਾਈਸਿਸ ਟੌਪਿਕ ਪੜ੍ਹ ਰਹੇ ਹਾਂ, ਮਗਰ ਕਿਉਂ ਪੜ੍ਹ ਰਹੇ ਹਾਂ? ਮੈਨੇਜਮੈਂਟ ਨੂੰ ਕਿਸ ਤਰ੍ਹਾਂ ਹੈਲਪ ਹੋਏਗੀ, ਦੱਸੋ ਮੈਨੂੰ। ਪਲੈਨਿੰਗ 'ਚ ਹੈਲਪ ਕਰੇਗਾ ਰੇਸ਼ੀਓ ਐਨਾਲਾਈਸਿਸ, ਜਾਂ ਕੋਆਰਡੀਨੇਸ਼ਨ 'ਚ ਹੈਲਪ ਕਰੇਗਾ, ਜਾਂ ਕੰਟਰੋਲ 'ਚ ਹੈਲਪ ਕਰੇਗਾ? ਇਹ ਸਾਰੇ ਹੀ ਹੈ। ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ। ਡੀ ਆਪਸ਼ਨ ਕਿਉਂ ਆਏਗਾ? ਤੁਸੀਂ ਦੇਖੋ, ਜੇ ਆਪਾਂ ਰੇਸ਼ੀਓ ਐਨਾਲਾਈਜ਼ ਕਰ ਰਹੇ ਹਾਂ, ਆਪਾਂ ਕੋਈ ਐਕਟੀਵਿਟੀ ਐਨਾਲਾਈਜ਼ ਕਰ ਰਹੇ ਹਾਂ, ਠੀਕ ਹੈ, ਜੇ ਸਾਨੂੰ ਪਤਾ ਲੱਗ ਜਾਏਗਾ ਕਿ ਸਾਡੇ ਐਸੈਟਸ ਦੀ ਰੇਸ਼ੀਓਸ ਇੰਨੀ ਹੈ, ਠੀਕ ਹੈ, ਸਾਡੀ ਐਸੈਟ ਦੀ ਰੇਸ਼ੀਓਸ ਇੰਨੀ ਹੈ, ਤਾਂ ਮੈਂ ਹੋਰ ਜੇ ਮੇਰੀ ਰੇਸ਼ੀਓਸ ਠੀਕ ਚੱਲ ਰਹੀ ਹੈ ਤਾਂ ਮੈਂ ਪਲੈਨਿੰਗ ਅੱਛੀ ਕਰ ਸਕਾਂਗਾ ਆਉਣ ਵਾਲੇ ਟਾਈਮ 'ਚ, ਮੇਰੀ ਕੋਆਰਡੀਨੇਸ਼ਨ ਹੈਲਪਫੁਲ ਹੋਏਗੀ, ਠੀਕ ਹੈ ਨਾ। ਠੀਕ ਹੈ, ਜੇ ਬਾਈ ਚਾਂਸ ਇਸਦੀ ਲੋ ਵੀ ਹੈ ਤਾਂ ਅਸੀਂ ਸਾਰੇ ਟੀਮ ਬਣ ਕੇ ਕੰਮ ਕਰਾਂਗੇ, ਇੱਕ ਦੂਜੇ ਦੇ ਆਈਡੀਆਸ ਲਵਾਂਗੇ, ਠੀਕ ਹੈ, ਕੋਆਰਡੀਨੇਟ ਹੋ ਜਾਵਾਂਗੇ, ਠੀਕ ਹੈ, ਅਤੇ ਕੰਟਰੋਲ ਵੀ ਕਰ ਸਕਾਂਗੇ। ਕੰਟਰੋਲ ਕਿਵੇਂ? ਬਾਈ ਚਾਂਸ ਰੇਸ਼ੋ ਘੱਟ ਪ੍ਰੋਬਲਮ ਦੇ ਰਹੀ ਹੈ, ਰੇਸ਼ੋ ਮੇਰੀ ਪ੍ਰੋਬਲਮ ਦੇ ਰਹੀ ਹੈ, ਮੈਨੂੰ ਪਤਾ ਲੱਗ ਰਿਹਾ ਕਿ ਇੱਕ ਨਾ ਮੇਰੇ ਐਸੈਟਸ ਬਿਲਕੁਲ ਠੀਕ ਨਹੀਂ ਹੈ। ਮੇਰੇ ਐਸੈਟ ਮਤਲਬ मैंने ज़्यादा खरीद लेने मगर उस हिसाब से मेरी कैपिटल उन्नी है नहीं है, तो मैंने लाइबिलिटी ज़्यादा क्रिएट कर ली है। ਫਿਰ ਉਹਨੂੰ ਕੰਟਰੋਲ ਕਿਵੇਂ ਕਰਨਾ ਹੈ, ਉਹਦੇ ਲਈ ਮੈਂ ਐਨਾਲਾਈਜ਼ ਕਰਾਂਗਾ। ਇਹ ਸਾਰੀ ਚੀਜ਼ਾਂ ਨੂੰ ਐਨਾਲਾਈਜ਼ ਕਰਨ ਲਈ, ਠੀਕ ਹੈ, ਮੈਨੂੰ ਰੇਸ਼ੋ ਐਨਾਲਾਈਜ਼ ਤਾਂ ਕਰਨੀ ਪਏਗੀ ਨਾ। ਇਹ ਤਾਂ ਮੇਰੀ ਪ੍ਰਾਇਮਰੀ ਚੀਜ਼ ਹੈ ਜਿਹਦੇ ਨਾਲ ਅੱਗੇ ਇਹ ਚੀਜ਼ਾਂ ਸਾਰੀਆਂ ਹੈਲਪਫੁਲ ਹੋਣਗੀਆਂ, ਠੀਕ ਹੈ ਨਾ। ਸੋ ਰੇਸ਼ੋ ਐਨਾਲਾਈਸਿਸ ਮੋਸਟ ਇੰਪੋਰਟੈਂਟ ਹੈ, ਠੀਕ ਹੈ। ਮੈਨੂੰ ਇੱਕ ਛੋਟੀ ਜਿਹੀ ਫਿਗਰ 'ਚ ਪਤਾ ਲੱਗ ਜਾਂਦਾ ਹੈ ਕਿ ਮੇਰੇ ਪ੍ਰੋਫਿਟ ਕਿਸ ਤਰ੍ਹਾਂ ਚੱਲ ਰਿਹਾ, ਠੀਕ ਹੈ, ਮੇਰੀ ਕੈਪੀਟਲ ਕਿਸ ਤਰ੍ਹਾਂ ਚੱਲ ਰਹੀ ਹੈ, ਮੇਰੀ ਲਾਇਬਿਲਿਟੀ ਕਿਸ ਤਰ੍ਹਾਂ ਚੱਲ ਰਹੀ ਹੈ, ਠੀਕ ਹੈ। ਠੀਕ ਹੈ ਫਰੈਂਡਸ, ਸੋ ਆਪਾਂ ਨੂੰ ਇਹ ਚੀਜ਼ ਦੇਖਣੀ ਹੁੰਦੀ ਹੈ, ਲਿਕੁਇਡਿਟੀ ਕਿਸ ਤਰ੍ਹਾਂ ਚੱਲ ਰਹੀ ਹੈ, ਮੇਰੀ ਵਰਕਿੰਗ ਕੈਪੀਟਲ ਕਿਸ ਤਰ੍ਹਾਂ ਚੱਲ ਰਹੀ ਹੈ। ਇਹ ਸਾਰੀ ਚੀਜ਼ਾਂ ਨੂੰ ਦੇਖ ਕੇ ਹੀ ਆਪਾਂ ਪਲੈਨਿੰਗ ਕਰ ਸਕਾਂਗੇ, ਕੋਆਰਡੀਨੇਸ਼ਨ ਕਰ ਸਕਾਂਗੇ, ਕੰਟਰੋਲ ਕਰ ਸਕਾਂਗੇ। ਅਗਲਾ ਕੁਐਸਚਨ ਹੈ, ਔਨ ਵਟ ਬੇਸਿਸ ਕੈਨ ਰੇਸ਼ੋ ਵੀ ਕਲਾਸੀਫਾਈਡ? ਕਿਸ ਬੇਸਿਸ ਦੇ ਉੱਪਰ ਆਪਾਂ ਰੇਸ਼ੋ ਨੂੰ ਕਲਾਸੀਫਾਈਡ ਕਰ ਸਕਦੇ ਹਾਂ, ਦੱਸੋ। ਫਾਈਨੈਂਸ਼ੀਅਲ ਸਟੇਟਮੈਂਟ, ਫੰਕਸ਼ਨ, ਬੋਥ, ਜਾਂ ਸਬਜੈਕਟਿਵ ਮੈਟਰ? 5 ਸੈਕਿੰਡ ਤੁਹਾਡੇ ਕੋਲ। ਆਪਾਂ ਇਸ ਨੂੰ ਬੋਥ ਫਾਈਨੈਂਸ਼ੀਅਲ ਸਟੇਟਮੈਂਟ ਦੇ ਆਧਾਰ 'ਤੇ ਵੀ ਕਰ ਸਕਾਂਗੇ ਅਤੇ ਫੰਕਸ਼ਨ ਦੇ ਆਧਾਰ 'ਤੇ ਵੀ ਕਰ ਸਕਾਂਗੇ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਦ ਇੰਟਰਫਰਮ ਕੰਪੈਰੀਜ਼ਨ ਵਿਦ ਰੇਸ਼ੋ ਇਜ਼ ਨੋਟ ਮੀਨਿੰਗਫੁਲ ਬਿਕੋਜ਼? ਇੰਟਰਫਰਮ ਕੰਪੈਰੀਜ਼ਨ ਕਰਨਾ ਵਿਦ ਰੇਸ਼ੋਸ ਨਾਲ ਤਾਂ ਕਿਉਂ ਨਹੀਂ ਮੀਨਿੰਗਫੁਲ ਹੈ? ਰੇਸ਼ੋਸ ਆਪਾਂ ਇੰਟਰਫਰਮ ਕੰਪੈਰੀਜ਼ਨ ਲਈ ਕਿਉਂ ਨਹੀਂ ਵਰਤਦੇ, ਦੱਸੋ। ਨੋਨ ਅਵੇਬਿਲਿਟੀ ਆਫ ਆਈਡੀਅਲ ਸਟੈਂਡਰਡਸ ਪਹਿਲਾ ਆਪਸ਼ਨ, ਰੀਜ਼ਨ ਦੱਸ ਰਿਹਾ, ਡਿਫਰੈਂਟ ਅਕਾਊਂਟਿੰਗ ਪੀਰੀਅਡਸ ਫੋਲੋਡ, ਬਹੁਤ ਆਣਗੇ, ਜਾਂ ਦੋਨੋਂ ਰੀਜ਼ਨ ਬਣ ਸਕਦੇ ਆ, ਜਾਂ ਕੋਈ ਨਹੀਂ ਇਹਨਾਂ 'ਚੋਂ, ਦੱਸੋ। ਇਹਦਾ ਆਨਸਰ ਆ ਜਾਏਗਾ ਸੀ। ਕਿਉਂ ਸੀ ਆਏਗਾ? ਤੁਸੀਂ ਕਦੇ ਵੇਖਣਾ, ਜਿਹੜੇ ਇੱਕ ਤੇ ਦੂਜੀ ਫਰਮ ਦੇ ਆਪਣੇ ਇੰਟਰ ਫਰਮ ਆਪਣੇ ਸਟੈਂਡਰਡਸ ਹੁੰਦੇ ਆ ਨਾ, ਉਹ ਅਲੱਗ-ਅਲੱਗ ਹੁੰਦੇ ਆ, ਠੀਕ ਹੈ, ਇੱਕੋ ਜਿਹੇ ਨਹੀਂ ਹੋ ਸਕਦੇ। ਉਹਦੇ ਕਰਕੇ ਰੇਸ਼ੋ 'ਚ ਫਰਕ ਪੈ ਜਾਂਦਾ, ਠੀਕ ਹੈ ਨਾ। ਉਸ ਕਰਕੇ ਰੇਸ਼ੋ 'ਚ ਫਰਕ ਪੈ ਜਾਂਦਾ। ਕਿਸੇ ਦਾ ਕੰਸਰਨ ਕਿਸੇ ਫਾਈਨੈਂਸ਼ੀਅਲ ਸਟੇਟਮੈਂਟ ਦੇ ਕਿਸੇ ਇੱਕ ਆਈਟਮ ਵੱਲ ਜ਼ਿਆਦਾ ਹੁੰਦਾ, ਕਿਸੇ ਦਾ ਦੂਜੀ ਫਰਮ ਵਿੱਚ ਉਸ ਸਟੇਟਮੈਂਟ ਵੱਲ ਘੱਟ ਹੁੰਦਾ, ਤਾਂ ਉਸਦਾ ਵੀ ਫਰਕ ਪੈ ਜਾਂਦਾ, ਠੀਕ ਹੈ। ਡਿਫਰੈਂਟ ਅਕਾਊਂਟਿੰਗ ਪੀਰੀਅਡ ਹੁੰਦੇ ਆ, ਉਹਨਾਂ ਦਾ ਸਾਲ ਜਿਹੜਾ ਉਹ ਮਤਲਬ ਡਿਫਰੈਂਟ, ਉਹਨਾਂ ਦਾ ਕੁਆਟਰ ਜਿਹੜੇ ਅਲੱਗ-ਅਲੱਗ ਚੱਲ ਰਹੇ ਆਪਣੇ ਮਹੀਨੇ, ਠੀਕ ਹੈ, ਸਾਡੇ ਅਲੱਗ-ਅਲੱਗ ਚੱਲ ਰਹੇ, ਠੀਕ ਹੈ। ਉਹਨਾਂ ਦਾ ਸਾਲ ਅਲੱਗ-ਅਲੱਗ ਚੱਲ ਰਿਹਾ, ਸਾਡਾ ਅਲੱਗ-ਅਲੱਗ ਚੱਲ ਰਿਹਾ। ਉਹ ਬੇਸ ਇਹਨੂੰ ਕਿਸੇ ਹੋਰ ਚੀਜ਼ ਨੂੰ ਮੰਨ ਰਹੇ ਨੇ, ਅਸੀਂ ਅਲੱਗ ਕਿਸੇ ਹੋਰ ਨੂੰ ਮੰਨ ਰਹੇ ਹਾਂ, ਠੀਕ ਹੈ। ਤਾਂ ਉਹ ਵੀ ਪੰਗਾ ਪਾਉਂਦਾ, ਉਹਦੇ ਲਈ ਆਪਾਂ ਰੇਸ਼ੋਸ ਨਾਲ ਆਪਾਂ ਕੰਪੈਰੀਜ਼ਨ ਨਹੀਂ ਕਰ ਪਾਵਾਂਗੇ, ਠੀਕ ਹੈ ਨਾ। ਤਾਂ ਉਹਦੇ ਨੋਨ ਅਵੇਬਿਲਿਟੀ ਆਫ ਦੀ ਆਈਡੀਅਲ ਸਟੈਂਡਰਡਸ ਐਂਡ ਡਿਫਰੈਂਟ ਅਕਾਊਂਟਿੰਗ ਪੀਰੀਅਡਸ ਫੋਲੋਡ, ਠੀਕ ਹੈ, ਦੋਨੋਂ ਆ ਜਾਣਗੇ। ਵਟ ਇਜ਼ ਦ ਸੀਰੀਅਸ ਲਿਮਿਟੇਸ਼ਨਸ ਆਫ ਦੀ ਰੇਸ਼ੋ ਐਨਾਲਾਈਸਿਸ? ਸਭ ਤੋਂ ਐਂਡ ਆਪਾਂ ਇੱਕ ਲਿਮਿਟੇਸ਼ਨ ਲੱਭੀ ਜੋ ਬਹੁਤ ਜ਼ਿਆਦਾ ਸਟਰੋਂਗ ਬਣਦੀ ਹੈ ਰੇਸ਼ੋ ਐਨਾਲਾਈਸਿਸ ਉੱਪਰ, ਦੱਸੋ ਕਿਹੜੀ ਹੋ ਸਕਦੀ ਹੈ। ਵਿੰਡੋ ਡਰੈਸਿੰਗ, ਪ੍ਰਾਈਸ ਲੈਵਲ ਚੇਂਜਸ ਨੋਟ ਕੰਸੀਡਰਡ, ਪਰਸਨਲ ਬਾਇਸ, ਆਲ ਆਫ ਦੀ ਅਬਵ? ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆ ਜਾਏਗਾ
बी ऑप्शन। ठीक है, प्राइस लैवल जो चेंजेस होंगे हैं ना वो कंसीडर्ड ही नहीं किए जाते। ठीक है, जिस करके एक वड्डी रेशो की वो बैठती है, लिमिटेशन बैठती है। ठीक है, अगला क्वेश्चन है लिक्विडिटी रेशियोज इंडिकेट्स द एबिलिटी ऑफ द कंपनी टू मीट दिस। लिक्विडिटी रेशियो की इंडिकेट करती है एबिलिटी ऑफ द कंपनी टू मीट, किस मीट करने लिए लिक्विडिटी रेशियो आप करते हैं। लिक्विडिटी रेशियो जी है जो आप कढ़ते हैं वो सूँ की पता लगता है कंपनी की एबिलिटी किस मीट करने लिए है, करंट लाइबिलिटी, टैक्स लाइबिलिटी, लॉन्ग टर्म ओबलीगेशन, शेयर होल्डर क्लेम। ध्यान नाल सोचो। इसका आंसर आ जाएगा, की आएगा, इसका आंसर आ जाएगा करंट लाइबिलिटी। ठीक है, जे साड़ी लाइबिलिटी सही तरह पे हो रही होणगियां तां तो कोई इन्वेस्ट करेगा। करंट लाइबिलिटी मतलब विद इन 12 मंथ्स विच कोई भी लाइबिलिटी किसी तरह की भी हो सकती है, एक्सपेंसिस हो सकते हैं, शॉर्ट टर्म लोन हो सकता है। ठीक है ना, बिल्स पेबल हो सकते हैं, कुछ भी हो सकता है। ਜਿਹੜੇ ਤੁਹਾਨੂੰ मैं दसे से करंट लाइबिलिटी तो सारे चो कोई भी आइटम हो सकती है जिसकी पेमेंट सही तरह भावें जे कर रहे हैं तो वैल एंड गुड है, जे नहीं कर रहे तो समझ लो तुम बड़े बड़े कॉम्पलीकेशन च फस सकते हो। ठीक है ना, ਤੁਹਾਡੀ कंपनी लिए भी प्रॉब्लम पै सकती है। ठीक है, इन्वेस्टर लिए भी प्रॉब्लम पै सकती है। ठीक है ना, तो थोड़े बिजनेस का फ्यूचर सही नहीं रहेगा। ठीक है, अगला क्वेश्चन है वट इज़ द एक्सपैक्टेड स्टैंडर्ड फॉर करंट रेशो। एक्सपैक्टेड स्टैंडर्ड ऑफ द करंट रेशो की है, तो मैं करंट रेशो कराया सी उसमें सोच के दसो करंट रेशो का स्टैंडर्ड की होना चाहिए। 1:2 होना चाहिए, 2:1 होना चाहिए, 2:3 होना चाहिए, 1:3 होना चाहिए। मतलब कि 1/2 होना चाहिए, 2/1 होना चाहिए, 2/3 होना चाहिए, 1/3 होना चाहिए। इसका आंसर आ जाएगा बी। ठीक है, हमेशा याद रखियो जी एक्सपैक्टेड स्टैंडर्ड रेशो होंगी है 2/1 होंगी है। ठीक है, अगला क्वेश्चन है द शेयर होल्डर फंड्स कंसिस्ट हो। शेयर होल्डर फंड्स की आ जाता है दसो। प्रैफरेंस शेयर्स आते हैं, इक्विटी शेयर्स आते हैं, रिजर्व एंड सरप्लस आते हैं, या तीनों ही आते हैं। दसो कि ऑप्शन ठीक होएगा इस चों। इस आ जाएगा सारे ऑप्शन आ जाते हैं, रिजर्व प्रैफरेंस शेयर्स भी आ जाते हैं, इक्विटी शेयर भी आ जाते हैं। ठीक है, रिजर्व एंड सरप्लस भी आ जाते हैं। ठीक है, हमेशा याद रखियो शेयर होल्डर फंड्स प्रैफरेंस शेयर्स भी आते हैं, इक्विटी शेयर्स भी आते हैं, रिजर्व एंड सरप्लस भी आता है। अगला क्वेश्चन है नैट प्रॉफिट रेशो शोज द रिलेशन बिटवीन द नैट प्रॉफिट एंड। ਜਿਹੜਾ ਨੈਟ ਪ੍ਰੋਫਿਟ ਰੇਸ਼ੋ ਹੁੰਦਾ ਹੈ ਕਾਹਦਾ ਰਿਲੇਸ਼ਨ ਦੱਸਦਾ ਹੈ, ਨੈਟ ਪ੍ਰੋਫਿਟ ਤੇ ਹੋਰ ਕਾਹਦਾ ਰਿਲੇਸ਼ਨ ਦੱਸਦਾ ਹੈ। ਦੱਸੋ, ਤੁਹਾਨੂੰ ਮੈਂ ਦੱਸਿਆ ਸੀ ਨਾ, ਤਾਂ ਦੱਸੋ ਕੀ ਦੱਸਦਾ, ਯਾਦ ਹੈ ਤੁਹਾਨੂੰ। ਗਰੋਸ ਸੇਲ ਬਾਰੇ ਦੱਸਦਾ ਹੈ, ਨੈਟ ਸੇਲ ਬਾਰੇ ਦੱਸਦਾ ਹੈ, ਸ਼ੇਅਰ ਰਿਟਰਨ ਬਾਰੇ ਦੱਸਦਾ ਹੈ, ਕੋਸਟ ਆਫ ਸੇਲ ਬਾਰੇ ਦੱਸਦਾ ਹੈ। ਕਿਹੜਾ ਆਪਸ਼ਨ ਠੀਕ ਹੋਏਗਾ ਇਹ ਚੋਂ, ਕਿਹੜਾ ਆਪਸ਼ਨ ਠੀਕ ਹੋਏਗਾ। ਇਹ ਚੋਂ ਹੋ ਜਾਏਗਾ बी ऑप्शन ठीक हो जाएगा। नैट सेल बारे दसदा है, नैट प्रॉफिट रेशो शो द रिलेशन बिटवीन नैट प्रॉफिट एंड नैट सेल। ठीक है फ्रेंड्स, वट लैवल ऑफ द ऑपरेटिंग रेशियो इज आइडियल रहेगी, सॉरी वट लैवल ऑफ द ऑपरेटिंग रेशियो इज आइडियल, मतलब एक आइडियल मनी जाएगी किहड़ा लैवल दसो, हाई, वैरी हाई, लो, एवरेज, किहड़ा ऑप्शन ठीक है। इसका की आंसर आएगा, इसका आंसर आ जाएगा वैरी हाई। बट लैवल ऑफ द ऑपरेटिंग रेशियो आइडियल मना जाएगा, वैरी हाई ਨੂੰ ਆਪਾਂ ਇੱਕ ਆਈਡੀਅਲ ਮੰਨ ਕੇ ਚੱਲ ਸਕਦੇ ਹਾਂ ਆਪਰੇਟਿੰਗ ਰੇਸ਼ੀਓ ਦੇ। ਠੀਕ ਹੈ, ਵਟ ਇਜ਼ ਦਾ ਮੇਨ ਕੰਪੋਨੈਂਟ ਆਫ ਦੀ ਆਪਰੇਟਿੰਗ ਐਕਸਪੈਂਸਿਸ। ਮੇਨ ਕੰਪੋਨੈਂਟ ਕੀ ਹੈ ਆਪਰੇਟਿੰਗ ਐਕਸਪੈਂਸਿਸ ਦਾ, ਸੈਲਿੰਗ ਐਕਸਪੈਂਸਿਸ, ਡਿਸਟ੍ਰੀਬਿਊਸ਼ਨ ਐਕਸਪੈਂਸਿਸ, ਪ੍ਰੋਡਕਸ਼ਨ ਐਕਸਪੈਂਸਿਸ, ਨਨ। ਕਿਹੜਾ ਆਪਸ਼ਨ ਠੀਕ ਹੈ ਇਹ ਚੋਂ। ਧਿਆਨ ਨਾਲ ਸੋਚੋ, ਮੇਨ ਕੰਪੋਨੈਂਟ ਕੀ ਹੈ ਇਹਦਾ। इसका आंसर आ जाएगा डी।
ठीक है। हुण तुसीं मैनूं दसना इहदा मेन कंपोनेंट की हो सकदा ऑपरेटिंग एक्सपेंसिस दा, ठीक है। हरेक बच्चे ने कमेंट करना ते मैनूं दसना जे ठीक होएगा तो मैं रिप्लाई करके तुहानूं आंसर दे दांगा कि तुहाडा ये आंसर ठीक है, ठीक है। अगला क्वेश्चन है द रिटर्न ऑन कैपिटल इंप्लॉयड, रिटर्न ऑन कैपिटल इंप्लॉयड शोज द डैश ऑफ द फर्म। ਜਿਹੜਾ ਰਿਟਰਨ ਹੁੰਦਾ ਹੈ ਕੈਪੀਟਲ ਇੰਪਲੋਇਡ ਦਾ ਕੀ ਸ਼ੋ ਕਰਦਾ ਹੈ? ਪ੍ਰੋਫਿਟੇਬਿਲਿਟੀ, ਓਵਰਆਲ ਐਫੀਸ਼ੀਐਂਸੀ, ਬਹੁਤ ਸਬਜੈਕਟਿਵ ਮੈਟਰ। ਇਹ ਸ਼ੋ ਕਰੇਗਾ ਪ੍ਰੋਫਿਟੇਬਿਲਿਟੀ ਸ਼ੋ ਕਰੇਗਾ, ਠੀਕ ਹੈ ਫਰੈਂਡਸ। ਅੱਜ ਤੁਹਾਨੂੰ ਮੈਂ ਇੱਕੋ ਹੀ ਕੁਐਸਚਨ ਪੁੱਛਿਆ, 14ਵਾਂ ਕੁਐਸਚਨ ਪੁੱਛਿਆ, ਇਸਦਾ ਆਂਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ, ਠੀਕ ਹੈ। ਹੁਣ ਆਪਾਂ ਅੱਜ 15 ਕੁਐਸਚਨ ਦੇਖੇ ਨੇ, ਸਾਰੇ ਬੱਚਿਆਂ ਨੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਕੁਐਸਚਨ ਠੀਕ ਨੇ, ਠੀਕ ਹੈ। ਸੋ ਆਪਾਂ ਇਸੇ ਤਰ੍ਹਾਂ ਪ੍ਰੈਕਟਿਸ ਕਰਦੇ ਜਾਵਾਂਗੇ, ਠੀਕ ਹੈ। ਮੇਰੀ ਪ੍ਰੈਕਟਿਸ ਕਰਾਉਣਾ ਅਤੇ ਨਾਲ ਸਿਲੇਬਸ ਕਰਾਉਣਾ ਇਹ ਨਾਲ ਇਕੱਠਾ ਹੀ ਚੱਲਦਾ ਜਾਵੇਗਾ, ਅਲੱਗ ਨਹੀਂ ਹੈ, ਠੀਕ ਹੈ ਨਾ। ਸੋ ਜੇ 60 ਲੈਕਚਰ ਨੇ ਇਸ 'ਚੋਂ ਤਾਂ 30 ਲੈਕਚਰ ਮੇਰੇ ਰਿਵੀਜ਼ਨ ਦੇ ਹੀ ਨੇ, 30 ਲੈਕਚਰ ਮੇਰੇ ਟੌਪਿਕਸ ਨੇ, ਠੀਕ ਹੈ। ਕਦੇ ਵੀ ਦੇਖਣਾ ਕੁਛ ਅਲੱਗ ਨਹੀਂ ਹੈ, ਠੀਕ ਹੈ ਫਰੈਂਡਸ। ਸੋ ਜਿਹੜੇ ਬੱਚੇ ਮੇਰੇ ਲੈਕਚਰਸ ਨੂੰ ਦੇਖ ਰਹੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਠੀਕ ਹੈ, ਠੀਕ ਹੈ ਫਰੈਂਡਸ। ਤੁਹਾਨੂੰ ਮੇਰਾ ਪੜ੍ਹਾਇਆ ਹੋਇਆ ਸਮਝ ਆ ਰਿਹਾ ਤਾਂ ਬਹੁਤ ਅੱਛੀ ਗੱਲ ਹੈ, ਠੀਕ ਹੈ। ਜੇ ਕਿਸੇ ਨੂੰ ਨਹੀਂ ਵੀ ਆਉਂਦਾ ਤਾਂ ਆਪਣੀ ਪ੍ਰੋਬਲਮ ਲਿਖੋ, ਤਾਂ ਉਸ ਵਿੱਚ ਮੈਂ ਤੁਹਾਨੂੰ ਉਸਦਾ ਰਿਪਲਾਈ ਕਰਕੇ ਤੁਹਾਨੂੰ ਸਮਝਾ ਦਾਂਗਾ, ਠੀਕ ਹੈ। ਆਪਾਂ ਨੇ ਕੋਆਪਰੇਟ ਹੋ ਕੇ ਚੱਲਣਾ, ਠੀਕ ਹੈ ਨਾ। ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਜ਼ਰੂਰ ਪੁੱਛੋ, ਮੈਂ 100% ਰਿਪਲਾਈ ਕਰਾਂਗਾ, ਠੀਕ ਹੈ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਦਾ ਹੈ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ, ਠੀਕ ਹੈ। ਅਤੇ ਜਿਹੜੇ ਬੱਚੇ ਪੇਡ ਕੋਰਸ ਖਰੀਦਣਾ ਚਾਹੁੰਦੇ ਹਨ, ਠੀਕ ਹੈ, ਉਹ ਇਸ ਸਾਈਟ 'ਤੇ ਜਾ ਕੇ ਖਰੀਦ ਸਕਦੇ ਹਨ, ਠੀਕ ਹੈ। ਓਕੇ, ਥੈਂਕ ਯੂ।